ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ 'ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। PSTET CTET ਮਾਸਟਰ ਕਾਡਰ ਸਮਾਜਿਕ ਸਿੱਖਿਆ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸੋ ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਪਹਿਲਾਂ PSTET CTET ਅਤੇ ਮਾਸਟਰ ਕਾਡਰ ਸਮਾਜਿਕ ਸਿੱਖਿਆ ਦਾ ਬਹੁਤ ਸਾਰਾ ਸਿਲੇਬਸ ਅਸੀਂ ਆਪਣੇ ਚੈਨਲ 'ਤੇ ਅਪਲੋਡ ਕਰ ਚੁੱਕੇ ਹਾਂ ਜੀ। ਸੋ ਆਪ ਸਭ ਨੇ ਜ਼ਰੂਰ ਵੇਖ ਲੈਣਾ ਤਾਂ ਕਿ ਤੁਹਾਡੀ ਤਿਆਰੀ ਵਧੀਆ ਢੰਗ ਦੇ ਨਾਲ ਹੋ ਸਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ SST ਦੀ 33ਵੀਂ ਮਹੱਤਵਪੂਰਨ ਟੈਸਟ ਸੀਰੀਜ਼, ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਬਹੁਤ ਹੀ ਮਹੱਤਵਪੂਰਨ 30 ਪ੍ਰਸ਼ਨ ਜੋ ਆਮ ਤੌਰ 'ਤੇ ਪੇਪਰਾਂ ਦੇ ਵਿੱਚ ਆ ਰਹੇ ਹਨ ਜਾਂ ਅੱਗੇ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਸੋ ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ। ਇਸ ਤੋਂ ਪਹਿਲਾਂ 32 ਟੈਸਟ ਸੀਰੀਜ਼ ਸਾਡੇ ਚੈਨਲ 'ਤੇ ਅਪਲੋਡ ਹੋ ਚੁੱਕੀਆਂ ਹਨ। ਸੋ ਅਧਿਆਪਕ ਸਾਥੀ ਉਹ ਵੀਡੀਓ ਜ਼ਰੂਰ ਵੇਖ ਸਕਦੇ ਹਨ ਤਾਂ ਕਿ ਤਿਆਰੀ ਵਧੀਆ ਢੰਗ ਨਾਲ ਹੋ ਸਕੇ। ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ 5 ਪ੍ਰਸ਼ਨ ਪੁੱਟ ਕੀਤੇ ਜਾਣਗੇ, ਸੋ ਜਿਨ੍ਹਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਅਤੇ ਇਸ ਤੋਂ ਇਲਾਵਾ ਇਸ ਵੀਡੀਓ ਦਾ ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਵੀ ਲਿਆ ਜਾਵੇਗਾ। ਸੋ ਜੇਕਰ ਕੋਈ ਵੀ ਸਾਥੀ ਟੈਸਟ ਦੇਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? PN ਰਾਓ, ਡਾਕਟਰ ਰਾਜਿੰਦਰ ਪ੍ਰਸਾਦ, ਡਾਕਟਰ BR ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ। ਸੋ ਕਿਸ ਨੂੰ ਕਿਹਾ ਜਾਂਦਾ ਜੀ? ਭਾਰਤੀ ਸੰਵਿਧਾਨ ਦਾ ਪਿਤਾਮਾ ਡਾਕਟਰ BR ਅੰਬੇਦਕਰ। ਰਾਈਟ ਆਨਸਰ ਆਏਗਾ ਜੀ ਡਾਕਟਰ BR ਅੰਬੇਦਕਰ, ਕਿਉਂਕਿ ਸਭ ਤੋਂ ਵੱਧ ਯੋਗਦਾਨ ਡਾਕਟਰ BR ਅੰਬੇਦਕਰ ਜੀ ਦਾ ਰਿਹਾ। ਉਹਨਾਂ ਨੂੰ ਪ੍ਰਾਰੂਪ ਜਾਂ ਆਪਾਂ ਡਰਾਫਟ ਕਮੇਟੀ ਕਹਿ ਸਕਦੇ ਹਾਂ, ਡਰਾਫਟ ਕਮੇਟੀ ਦੇ ਵਿੱਚ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਜਿਸ ਨੇ ਲਗਭਗ 60 ਦੇਸ਼ਾਂ ਦੇ ਸੰਵਿਧਾਨ ਨੂੰ ਵਾਚਿਆ ਸੀ। ਉਹਨਾਂ ਦੇ ਵਿੱਚੋਂ ਵਧੀਆ ਜੋ ਗੱਲਾਂ ਸੀ, ਜੋ ਆਰਟੀਕਲ ਸੀ, ਉਹਨਾਂ ਨੂੰ ਗ੍ਰਹਿਣ ਕੀਤਾ ਅਤੇ ਖਰੜਾ ਤਿਆਰ ਕੀਤਾ ਸੀਗਾ। ਇਸੇ ਕਰਕੇ ਖਰੜਾ ਕਮੇਟੀ ਦੇ ਚੇਅਰਮੈਨ ਸੀ ਡਾਕਟਰ BR ਅੰਬੇਦਕਰ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਵੀ ਕਿਹਾ ਜਾਂਦਾ। ਭਾਰਤੀ ਸੁਤੰਤਰਤਾ ਐਕਟ ਕਦੋਂ ਪਾਸ ਕੀਤਾ ਗਿਆ? ਬਹੁਤ ਵਾਰੀ ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਆ ਚੁੱਕਿਆ ਕਿ ਭਾਰਤੀ ਸੁਤੰਤਰਤਾ ਐਕਟ ਕਦੋਂ ਪਾਸ ਕੀਤਾ ਗਿਆ ਸੀ। 4 ਜੁਲਾਈ 1947, 16 ਜੁਲਾਈ 1947, 18 ਜੁਲਾਈ 1947, 10 ਅਗਸਤ 1947। ਸੋ ਭਾਰਤੀ ਸੁਤੰਤਰਤਾ ਐਕਟ ਪਾਸ ਕੀਤਾ ਗਿਆ ਸੀਗਾ ਜੀ 18 ਜੁਲਾਈ 1947। ਯਾਦ ਰੱਖਿਓ ਜੀ 18 ਜੁਲਾਈ 1947 ਨੂੰ ਭਾਰਤੀ ਸੁਤੰਤਰਤਾ ਐਕਟ ਜੋ ਪਾਸ ਕੀਤਾ ਗਿਆ ਸੀ, ਅਤੇ ਜੋ 4 ਜੁਲਾਈ 1947 ਨੂੰ ਬ੍ਰਿਟਿਸ਼ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ 18 ਜੁਲਾਈ 1947 ਨੂੰ ਪਾਸ ਕੀਤਾ ਗਿਆ। ਇਸ ਐਕਟ ਦੀਆਂ ਕਿੰਨੀਆਂ ਧਾਰਾਵਾਂ ਸੀ? 20। ਇਸ ਐਕਟ ਦੇ ਵਿੱਚ ਕੁੱਲ 20 ਧਾਰਾਵਾਂ ਸਨ। ਇਸ ਐਕਟ ਦੇ ਅਧੀਨ ਭਾਰਤ ਤੋਂ ਪਾਕਿਸਤਾਨ ਦੋ ਵੱਖਰੇ ਜੋ ਦੇਸ਼ ਸੀ ਉਹ ਨਿਰਮਾਣ ਕੀਤਾ ਗਿਆ ਸੀ ਉਹਨਾਂ ਦਾ, ਭਾਰਤ ਅਤੇ ਪਾਕਿਸਤਾਨ ਦਾ, ਅਤੇ ਦੋਵਾਂ ਹੀ ਦੇਸ਼ਾਂ ਨੂੰ ਪੂਰਨ ਪ੍ਰਭੂਸ਼ਤਾ ਦਿੱਤੀ ਗਈ ਸੀ ਭਾਰਤੀ ਸੁਤੰਤਰਤਾ ਐਕਟ ਦੇ ਦੁਆਰਾ। ਸੋ ਨੈਕਸਟ ਕਰਾਂਗੇ ਜੀ, ਭਾਰਤੀ ਸੰਵਿਧਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ? 26 ਜਨਵਰੀ, 25 ਜਨਵਰੀ, 22 ਜਨਵਰੀ, 26 ਨਵੰਬਰ। ਸੋ ਭਾਰਤੀ ਸੰਵਿਧਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਜੀ? 26 ਨਵੰਬਰ। ਭਾਰਤੀ ਸੰਵਿਧਾਨ ਦਿਵਸ 26 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤੀ ਸੰਵਿਧਾਨ ਦਾ ਨਿਰਮਾਣ ਕਾਰਜ ਪੂਰਾ ਹੋਇਆ ਸੀ। ਭਾਰਤੀ ਸੰਵਿਧਾਨ ਦਾ ਨਿਰਮਾਣ ਕਾਰਜ ਇੱਕ ਸੰਵਿਧਾਨ ਸਭਾ ਦੁਆਰਾ ਕੀਤਾ ਗਿਆ ਸੀ, ਜਿਸ ਦੀ ਸਥਾਪਨਾ ਕੈਬਨਿਟ ਮਿਸ਼ਨ ਯੋਜਨਾ ਅਧੀਨ ਕੀਤੀ ਗਈ ਸੀ। ਕੈਬਨਿਟ ਮਿਸ਼ਨ ਯੋਜਨਾ ਨੂੰ ਕੈਬਨਿਟ ਮਿਸ਼ਨ ਨਾਮ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਇਸ ਦੇ ਵਿੱਚੋਂ ਵਧੇਰੇ ਜੋ ਮੈਂਬਰ ਸੀ
ਉਹ ਬ੍ਰਿਟਿਸ਼ ਕੈਬਨਿਟ ਦੇ ਮੈਂਬਰ ਸਨ ਅਤੇ ਭਾਰਤੀ ਸੰਵਿਧਾਨ ਬਣਾਉਣ ਨੂੰ ਕਿੰਨੇ ਦਿਨ ਲੱਗੇ ਸੀ? 2 ਸਾਲ 11 ਮਹੀਨੇ 18 ਦਿਨ ਕੁੱਲ ਸਮਾਂ ਲੱਗਿਆ ਸੀ ਜੀ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ। 2 ਸਾਲ 11 ਮਹੀਨੇ 18 ਦਿਨ। 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਆ ਜੋ ਪਾਸ ਕੀਤਾ ਗਿਆ ਸੀ ਅਤੇ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ। ਜ਼ਰੂਰ ਯਾਦ ਰੱਖਿਓ ਜੀ, ਅੱਜ ਦੀ ਆਪਣੀ ਸਾਰੀ ਵੀਡੀਓ ਹੀ ਭਾਰਤੀ ਸੰਵਿਧਾਨ ਦੇ ਨਾਲ ਸੰਬੰਧਿਤ ਹੈ। ਸੋ ਵੀਡੀਓ ਜ਼ਰੂਰ ਧਿਆਨ ਦੇ ਨਾਲ ਵੇਖਿਓ ਤਾਂ ਕਿ ਆਪਣੇ ਆਉਣ ਵਾਲੇ ਪੇਪਰਾਂ ਦੀ ਤਿਆਰੀ ਵਧੀਆ ਢੰਗ ਦੇ ਨਾਲ ਹੋ ਸਕੇ। ਭਾਰਤੀ ਸੰਵਿਧਾਨ ਆ ਜੋ ਉਹ ਲਗਭਗ 3 ਸਾਲਾਂ ਦੇ ਵਿੱਚ ਤਿਆਰ ਹੋਇਆ ਸੀ ਅਤੇ ਇਸੇ ਕਰਕੇ ਜੋ 26 ਨਵੰਬਰ ਨੂੰ ਆ ਕਾਨੂੰਨ ਦਿਵਸ ਜਾਂ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ। ਨੈਕਸਟ ਕਰਾਂਗੇ ਜੀ, ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ? ਸੰਵਿਧਾਨ ਸਭਾ ਦੀਆਂ ਬਹੁਤ ਸਾਰੀਆਂ ਬੈਠਕਾਂ ਹੋਈਆਂ ਸੀ, ਪਹਿਲੀ ਬੈਠਕ ਹੋਈ ਸੀ ਜੋ ਉਸ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ? ਡਾਕਟਰ ਰਾਜਿੰਦਰ ਪ੍ਰਸਾਦ, VR ਅੰਬੇਦਕਰ, ਡਾਕਟਰ ਸਚਿਦਾਨੰਦ ਸਿਨਹਾ, ਬ੍ਰਿਟਿਸ਼ ਏਜੰਟ। ਸੋ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ, ਉਹ ਯਾਦ ਰੱਖਿਓ ਜੀ 9 ਦਸੰਬਰ 1946। 9 ਦਸੰਬਰ 1946 ਨੂੰ ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ। ਕਿੱਥੇ ਹੋਈ ਸੀ? ਨਵੀਂ ਦਿੱਲੀ ਵਿਖੇ। ਨਵੀਂ ਦਿੱਲੀ ਵਿਖੇ ਹੋਈ ਸੀ। 9 ਦਸੰਬਰ 1946 ਨੂੰ ਭਾਰਤੀ ਸੰਵਿਧਾਨ ਦੀ ਪਹਿਲੀ ਬੈਠਕ ਨਵੀਂ ਦਿੱਲੀ ਵਿਖੇ ਹੋਈ, ਜਿਸ ਵਿੱਚ ਹੋਈ ਸੀਗੀ ਚੈਂਬਰ ਦੀ ਲਾਇਬ੍ਰੇਰੀ ਵਿੱਚ ਹੋਈ ਸੀਗੀ, ਜਿਸ ਵਿੱਚ ਇੰਗਲੈਂਡ ਦੀ ਰਵਾਇਤ ਅਨੁਸਾਰ ਸਭ ਤੋਂ ਸੀਨੀਅਰ ਮੈਂਬਰ ਦੀ ਚੋਣ ਪ੍ਰਧਾਨ ਦੇ ਤੌਰ 'ਤੇ ਕੀਤੀ ਗਈ ਸੀ। ਉਹ ਮੈਂਬਰ ਭਾਰਤ ਦੇ ਕੌਣ ਸੀ ਜੀ? ਡਾਕਟਰ ਸਚਿਦਾਨੰਦ ਸਿਨਹਾ। ਰਾਈਟ ਹੈ ਜੀ, ਡਾਕਟਰ ਸਚਿਦਾਨੰਦ ਸਿਨਹਾ ਜੀ ਸਨ, ਜੋ ਸਭ ਤੋਂ ਹੀ ਸੀਨੀਅਰ ਸਨ। ਸਿਰਫ ਉਸ ਦਿਨ ਦੇ ਹੀ ਪ੍ਰਧਾਨ ਨਿਯੁਕਤ ਕੀਤੇ ਗਏ ਸੀ। ਯਾਦ ਰੱਖਿਓ ਜੀ, ਸਿਰਫ ਉਸ ਦਿਨ ਦੇ ਲਈ ਹੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਡਾਕਟਰ ਸਚਿਦਾਨੰਦ ਸਿਨਹਾ ਜੀ ਨੂੰ। ਉਹਨਾਂ ਨੂੰ ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਵੀ ਕਿਹਾ ਜਾਂਦਾ ਹੈ। ਸੰਵਿਧਾਨ ਸਭਾ ਦੀ ਜੋ ਅਸਥਾਈ ਪ੍ਰਧਾਨ ਦੀ ਚੋਣ ਹੋਈ ਸੀ ਉਹ ਦੂਸਰੀ ਮੀਟਿੰਗ ਦੇ ਵਿੱਚ ਹੋਈ ਸੀ। ਸੰਵਿਧਾਨ ਸਭਾ ਦੀ ਦੂਸਰੀ ਬੈਠਕ ਕਦੋਂ ਹੋਈ ਸੀ? 11 ਦਸੰਬਰ 1946 ਨੂੰ, ਅਤੇ ਉਦੋਂ ਪ੍ਰਧਾਨ ਕੌਣ ਚੁਣਿਆ ਗਿਆ ਸੀ? ਡਾਕਟਰ ਰਾਜਿੰਦਰ ਪ੍ਰਸਾਦ। ਸੋ ਇਹ ਯਾਦ ਰੱਖਿਓ ਜੀ, ਜੇਕਰ ਇਹ ਪੁੱਟ ਕੀਤਾ ਜਾਵੇ ਕਿ ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਕੌਣ ਸਨ ਤਾਂ ਡਾਕਟਰ ਸਚਿਦਾਨੰਦ ਸਿਨਹਾ। ਜੇਕਰ ਇਹ ਕੁਐਸਚਨ ਪੁੱਟ ਕੀਤਾ ਜਾਵੇ ਕਿ ਭਾਰਤੀ ਸੰਵਿਧਾਨ ਸਭਾ ਦੇ ਸਥਾਈ ਤੌਰ 'ਤੇ ਪ੍ਰਧਾਨ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਤਾਂ ਉਹ ਸੀ ਡਾਕਟਰ ਰਾਜਿੰਦਰ ਪ੍ਰਸਾਦ, ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਵੀ ਹੋਏ ਹਨ। ਨੈਕਸਟ ਕਰਾਂਗੇ ਜੀ, ਭਾਰਤੀ ਸੰਵਿਧਾਨ ਦੀ ਮੂਲ ਕਾਪੀ ਕਿੱਥੇ ਸੁਰੱਖਿਅਤ ਕੀਤੀ ਗਈ ਹੈ? ਬ੍ਰਿਟਿਸ਼ ਲਾਇਬ੍ਰੇਰੀ ਲੰਡਨ, ਭਾਰਤੀ ਸੰਸਦ ਵਿੱਚ, ਰਾਸ਼ਟਰਪਤੀ ਭਵਨ ਵਿੱਚ, ਭਾਰਤੀ ਪੁਰਾਤੱਤਵ ਵਿਭਾਗ ਦੇ ਵਿੱਚ। ਸੋ ਭਾਰਤੀ ਸੰਵਿਧਾਨ ਦੀ ਜੋ ਮੂਲ ਕਾਪੀ ਹੈ ਉਹ ਕਿੱਥੇ ਸਥਿਤ ਕਾਪੀ ਨੂੰ ਸੁਰੱਖਿਅਤ ਕੀਤਾ ਗਿਆ ਜੀ? ਭਾਰਤੀ ਸੰਸਦ ਭਵਨ ਦੀ ਸੈਂਟਰਲ ਲਾਇਬ੍ਰੇਰੀ ਵਿੱਚ। ਭਾਰਤੀ ਸੰਸਦ ਦੀ ਜੋ ਸੈਂਟਰਲ ਲਾਇਬ੍ਰੇਰੀ ਆ ਉਸ ਦੇ ਵਿੱਚ ਇੱਕ ਰੂਮ ਬਣਿਆ ਹੋਇਆ ਜੀ, ਉੱਥੇ ਜੋ ਸੁਰੱਖਿਅਤ ਕੀਤੀ ਗਈ ਹੈ। ਇਸ ਨੂੰ ਸੁਰੱਖਿਅਤ ਰੱਖਣ ਲਈ ਇਸ ਨੂੰ ਹੀਲੀਅਮ ਨਾਲ ਭਰ ਕੇ ਜੋ ਵਿੱਚ ਆ ਉਸ ਨੂੰ ਸੁਰੱਖਿਅਤ ਕੀਤਾ ਗਿਆ। ਭਾਰਤੀ ਸੰਸਦ ਦੀ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਉੱਥੇ ਰੱਖਿਆ ਗਿਆ ਭਾਰਤੀ ਸੰਵਿਧਾਨ ਦੀ ਮੂਲ ਕਾਪੀ ਨੂੰ। ਭਾਰਤੀ ਸੰਵਿਧਾਨ ਦੇ ਨਿਰਮਾਣ ਹੋਣ ਤੱਕ ਭਾਰਤੀ ਸੰਵਿਧਾਨ ਸਭਾ ਦੇ ਕਿੰਨੇ ਸਤਰ ਜਾਂ ਬੈਠਕਾਂ ਬੁਲਾਈਆਂ ਗਈਆਂ ਸਨ? ਕਿੰਨੀਆਂ ਬੈਠਕਾਂ ਬੁਲਾਈਆਂ ਗਈਆਂ ਸੀ ਜੀ? ਬਹੁਤ ਵਾਰ ਆ ਚੁੱਕਿਆ ਇਹ ਪ੍ਰਸ਼ਨ, ਕਮੈਂਟਸ ਦੇ ਵਿੱਚ ਅਧਿਆਪਕ ਸਾਥੀ ਜ਼ਰੂਰ ਜਵਾਬ ਦਿਓ ਅਤੇ ਵੀਡੀਓ ਨੂੰ ਧਿਆਨ ਦੇ ਨਾਲ ਵੇਖੋ ਤਾਂ ਜੋ ਲਾਸਟ 'ਤੇ ਅਸੀਂ ਪ੍ਰਸ਼ਨ ਪੁੱਟ ਕਰਾਂਗੇ ਉਹਨਾਂ ਦੇ ਜਵਾਬ ਤੁਸੀਂ ਵਧੀਆ ਢੰਗ ਦੇ ਨਾਲ ਦੇ ਸਕੋ। ਇਸ ਤੋਂ ਇਲਾਵਾ ਕੱਲ੍ਹ ਨੂੰ ਸਾਡੇ ਹੋਣ ਵਾਲੇ WhatsApp ਗਰੁੱਪ ਟੈਸਟ ਦੇ ਵਿੱਚ ਵੀ ਤੁਸੀਂ ਆਪਣੀ ਪਰਫੋਰਮੈਂਸ ਆ ਜੋ ਵਧੀਆ ਢੰਗ ਦੇ ਨਾਲ ਦੇ ਸਕੋ। ਸੋ ਕਿੰਨੀਆਂ ਬੈਠਕਾਂ ਹੋਈਆਂ ਸੀ ਜੀ ਭਾਰਤੀ ਸੰਵਿਧਾਨ ਸਭਾ ਦੀਆਂ?
17 11 21 51। सो याद रखियो जी, भारतीय संविधान सभा दी बैठकां होईयां सी 11। पहली बैठक हुई सी जो 9 दसंबर 1946 नूं। दूसरी बैठक हुई सी 20 जनवरी 1947। तीसरी हुई सी अप्रैल 47 ਦੇ ਵਿੱਚ। चौथी हुई सी जुलाई 47 ਦੇ ਵਿੱਚ। 5ਵੀਂ अगस्त 47 ਦੇ ਵਿੱਚ। 6ਵੀਂ हुई सी जनवरी 48 ਦੇ ਵਿੱਚ। ਫਿਰ ਜੋ ਬਾਕੀ ਬੈਠਕਾਂ ਹੋਈਆਂ ਸੀ ਉਹ 49 ਦੇ ਵਿੱਚ ਹੋਈਆਂ ਸੀ ਅਤੇ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਆ ਜੋ ਉਹ ਤਿਆਰ ਹੋ ਗਿਆ ਸੀ ਬਣ ਕੇ, ਅਤੇ ਉਦੋਂ ਪਾਸ ਕੀਤਾ ਗਿਆ ਸੀ ਅਤੇ 20 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਸੋ ਕੁੱਲ 11 ਸੱਤਰ ਹੋਏ ਜੀ ਭਾਰਤੀ ਸੰਵਿਧਾਨ ਸਭਾ ਦਾ। ਸੰਵਿਧਾਨ ਸਭਾ ਦੇ ਨਿਰਮਾਣ ਲਈ ਚਲਾਏ ਗਏ 70 ਬੈਠਕਾਂ ਕਿੰਨੇ ਦਿਨ ਤੱਕ ਚੱਲੇ ਸਨ? ਬੈਠਕਾਂ ਸੀ ਜੋ ਕਿੰਨੇ ਦਿਨਾਂ ਤੱਕ ਚੱਲਦੀਆਂ ਸੀ? 200 ਦਿਨ, 165 ਦਿਨ, 144 ਦਿਨ, 114 ਦਿਨ। ਭਾਰਤੀ ਸੰਵਿਧਾਨ ਸਭਾ ਦੇ ਕੁੱਲ 11 ਸੱਤਰ ਹੋਏ ਜੋ ਕੁੱਲ 165 ਦਿਨਾਂ ਤੱਕ ਚੱਲੇ। ਯਾਦ ਰੱਖਿਓ ਜੀ, ਕਿੰਨਾ ਸਮਾਂ ਚੱਲੇ ਸੀ? ਕੁੱਲ 165 ਦਿਨ ਚੱਲੇ, ਜਿਨ੍ਹਾਂ ਦੇ ਵਿੱਚੋਂ 114 ਦਿਨ ਸੰਵਿਧਾਨ ਸਭਾ ਦੇ ਸਰੂਪ ਡਰਾਫਟ 'ਤੇ ਵਿਚਾਰ ਕਰਨ ਲਈ ਦਿੱਤੇ ਗਏ ਸੀ ਅਤੇ ਇਸ ਸਰੂਪ ਸੰਬੰਧੀ ਕਿੰਨੇ ਸੰਸ਼ੋਧਨ ਕੀਤੇ ਗਏ ਸੀ? 7635। ਯਾਦ ਰੱਖਿਓ, ਭਾਰਤੀ ਸੰਵਿਧਾਨ ਸਭਾ ਦੇ ਕੁੱਲ 11 ਸੱਤਰ ਹੋਏ। 11 ਸੱਤਰਾਂ ਕਿੰਨਾ ਦਿਨ ਚੱਲੇ? 165 ਦਿਨ ਚੱਲੇ ਆ। ਇਹਨਾਂ 165 ਦਿਨਾਂ ਦੇ ਵਿੱਚੋਂ 114 ਦਿਨ ਸਿਰਫ ਭਾਰਤੀ ਸੰਵਿਧਾਨ ਦਾ ਸਰੂਪ ਤਿਆਰ ਕਰਨ 'ਤੇ ਹੀ ਚਲੇ ਗਏ ਸੀ ਅਤੇ ਇਸ ਦੇ ਵਿੱਚ ਕੁੱਲ 7635 ਸੰਸ਼ੋਧਨ ਕੀਤੇ ਗਏ ਸੀ। ਨੈਕਸਟ ਕਰਾਂਗੇ ਜੀ, ਭਾਰਤੀ ਸੰਵਿਧਾਨ ਵਿੱਚ ਪ੍ਰਸਤਾਵਨਾ ਨੂੰ ਸ਼ਾਮਲ ਕਰਨ ਦਾ ਵਿਚਾਰ ਕਿਸ ਦਾ ਸੀ? ਭਾਰਤੀ ਸੰਵਿਧਾਨ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਪ੍ਰਸਤਾਵਨਾ ਨੂੰ ਸ਼ਾਮਲ ਕੀਤਾ ਗਿਆ। ਇਸ ਪ੍ਰਸਤਾਵਨਾ ਨੂੰ ਸ਼ਾਮਲ ਕਰਨ ਦਾ ਵਿਚਾਰ ਕਿਸ ਵਿਅਕਤੀ ਦਾ ਸੀ? ਡਾਕਟਰ ਸਚਿਦਾਨੰਦ ਸਿਨਹਾ, KM ਮੁਨਸੀ, ਪੰਡਿਤ ਜਵਾਹਰ ਲਾਲ ਨਹਿਰੂ, ਡਾਕਟਰ BR ਅੰਬੇਦਕਰ। ਸੋ ਇਸ ਦੇ ਵਿੱਚੋਂ ਆਪਣਾ ਰਾਈਟ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ। ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਸੰਵਿਧਾਨ ਸਭਾ ਦੀ ਤੀਜੀ ਬੈਠਕ ਜੋ ਕਿ 13 ਦਸੰਬਰ 1946 ਕਦੋਂ ਹੋਈ ਸੀ? ਤੀਜੀ ਬੈਠਕ ਜੀ 13 ਦਸੰਬਰ 1946 ਨੂੰ ਬੈਠਕ ਹੋਈ ਸੀ। ਉਸ ਦੇ ਵਿੱਚ ਆਪਣਾ ਸੁਝਾਅ ਰੱਖਿਆ ਸੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ। ਸੋ ਇਸ ਪ੍ਰਸਤਾਵਨਾ ਨੂੰ ਸ਼ਾਮਲ ਕਰਨ ਦਾ ਜੋ ਵਿਚਾਰ ਸੀ ਉਹ ਅਮਰੀਕੀ ਸੰਵਿਧਾਨ ਤੋਂ ਲਿਆ ਗਿਆ ਸੀ। ਪ੍ਰਸਤਾਵਨਾ ਦੀ ਜੋ ਸ਼ਬਦਾਵਲੀ ਹੈ ਉਹ ਆਸਟ੍ਰੇਲੀਆ ਤੋਂ ਲਈ ਗਈ ਆ। ਸੋ ਭਾਰਤੀ ਸੰਵਿਧਾਨ ਵਿੱਚ ਪ੍ਰਸਤਾਵਨਾ ਨੂੰ ਸ਼ਾਮਲ ਕਰਨ ਦਾ ਸੁਝਾਅ ਉਹ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ। ਪ੍ਰਸਤਾਵਨਾ ਦੀ ਜੋ ਸ਼ਬਦਾਵਲੀ ਆ ਆਸਟ੍ਰੇਲੀਆ ਤੋਂ ਲਈ ਗਈ ਹੈ। ਇਸ ਤੋਂ ਅਸੀਂ ਸੰਵਿਧਾਨ ਦੇ ਉਦੇਸ਼ਾਂ ਨੂੰ ਸਮਝ ਸਕਦੇ ਹਾਂ, ਜਿਸ ਕਾਰਨ ਇਸ ਨੂੰ ਸੰਵਿਧਾਨ ਦੀ ਉਦੇਸ਼ਿਕਾ ਵੀ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਵਿੱਚ ਇਸ ਨੂੰ 26 ਨਵੰਬਰ 1949 ਨੂੰ ਸ਼ਾਮਲ ਕੀਤਾ ਗਿਆ ਸੀ। ਸੰਵਿਧਾਨ ਦਾ ਦਿਲ ਜਾਂ ਆਤਮਾ ਕਹਿ ਸਕਦੇ ਹਾਂ ਆਪਾਂ ਪ੍ਰਸਤਾਵਨਾ ਨੂੰ। ਸੋ ਇਹ ਵਿਚਾਰ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ, ਜੋ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਨੇ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿੰਨੀ ਵਾਰ ਸੋਧ ਕੀਤੀ ਗਈ? ਆਰਟੀਕਲ 368 ਦੇ ਵਿੱਚ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਦਾ ਅਧਿਕਾਰ ਪ੍ਰਾਪਤ ਹੈ। ਸੋ ਉਸ ਦੇ ਅਧੀਨ ਭਾਰਤੀ ਸੰਵਿਧਾਨ ਦੇ ਵਿੱਚ ਬਹੁਤ ਵਾਰ ਸੋਧ ਕੀਤੀ ਗਈ ਹੈ। ਉਹ ਸੋਧ ਪ੍ਰਸਤਾਵਨਾ ਦੇ ਵਿੱਚ ਕਿੰਨੀ ਵਾਰ ਕੀਤੀ ਗਈ ਹੈ? 2 ਵਾਰ, 3 ਵਾਰ, ਕੇਵਲ 1 ਵਾਰ, ਕਦੇ ਵੀ ਨਹੀਂ। ਸੋ ਪ੍ਰਸਤਾਵਨਾ ਦੇ ਵਿੱਚ ਕਦੋਂ ਸੋਧ ਕੀਤੀ ਗਈ ਹੈ ਜੀ? ਇਸ ਦਾ ਰਾਈਟ ਆਨਸਰ ਹੈ ਕਿ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 18 ਦਸੰਬਰ 1976 ਨੂੰ ਐਮਰਜੈਂਸੀ ਦੌਰਾਨ ਸੋਧ ਕੀਤੀ ਗਈ ਸੀ।
ਉਸ ਸਮੇਂ ਇੰਦਰਾ ਗਾਂਧੀ ਦੀ ਸਰਕਾਰ ਸੀ। ਇਹ ਸੋਧ 42ਵੀਂ ਸੋਧ ਅਧੀਨ ਕੀਤੀ ਗਈ ਸੀ। ਇਸ ਅਧੀਨ ਸਮਾਜਵਾਦ, ਧਰਮ ਨਿਰਪੱਖ ਤੇ ਦੇਸ਼ ਦੀ ਅਖੰਡਤਾ ਸ਼ਬਦ ਜੋੜੇ ਗਏ ਸੀ। ਸਿਰਫ ਇੱਕ ਵਾਰ ਪ੍ਰਸਤਾਵਨਾ ਦੇ ਵਿੱਚ ਸੋਧ ਕੀਤੀ ਗਈ ਆ, ਉਹ ਕੀਤੀ ਗਈ ਆ 1976 ਦੇ ਵਿੱਚ, ਜਦੋਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ 3 ਸ਼ਬਦ ਨਵੇਂ ਜੋੜੇ ਗਏ ਸੀ: ਸਮਾਜਵਾਦ, ਧਰਮ ਨਿਰਪੱਖ ਤੇ ਅਖੰਡਤਾ। ਅੱਗੇ ਕਰਾਂਗੇ ਜੀ। ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਆਜ਼ਾਦ ਭਾਰਤ ਦਾ ਪਹਿਲਾ ਰਾਸ਼ਟਰਪਤੀ ਦੇ ਤੌਰ 'ਤੇ ਕਦੋਂ ਚੁਣਿਆ ਗਿਆ ਸੀ? ਭਾਰਤ ਦੇ ਵਰਤਮਾਨ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ ਜੀ, ਤੇ ਜੋ ਪਹਿਲੇ ਰਾਸ਼ਟਰਪਤੀ ਸੀ ਉਹ ਸੀ ਡਾਕਟਰ ਰਾਜਿੰਦਰ ਪ੍ਰਸਾਦ। ਕਦੋਂ ਚੋਣ ਹੋਈ ਸੀ ਉਹਨਾਂ ਦੀ? 25 ਜਨਵਰੀ 1950, 24 ਜਨਵਰੀ 1950, 26 ਜਨਵਰੀ 1950, 26 ਨਵੰਬਰ 1949। ਸੋ ਰਾਈਟ ਹੈ ਜੀ ਆਪਣਾ 24 ਜਨਵਰੀ 1950 ਨੂੰ ਸੰਵਿਧਾਨ ਸਭਾ ਦੀ ਅੰਤਿਮ ਬੈਠਕ ਹੋਈ। ਉਸੇ ਦਿਨ ਹੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਦੇ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ। ਲਗਾਤਾਰ ਨੈਕਸਟ ਕਰਾਂਗੇ ਜੀ ਆਪਾਂ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਵੀਡੀਓ ਦੇ ਵਿੱਚ ਅਖੀਰ ਵਿੱਚ ਤੁਹਾਨੂੰ ਕੁਝ ਪ੍ਰਸ਼ਨ ਪੁੱਟ ਕੀਤੇ ਜਾਣਗੇ, ਜਿਨ੍ਹਾਂ ਦੇ ਜਵਾਬ ਆਪ ਸਭ ਨੇ ਵੀਡੀਓਜ਼ ਦੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਹੈ ਜੀ। ਇਸ ਤੋਂ ਇਲਾਵਾ ਜੇਕਰ ਕੋਈ ਵੀ ਸਾਥੀ ਸਾਡੇ WhatsApp ਗਰੁੱਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800, ਜਿਸ ਦੇ ਵਿੱਚ ਹਰ ਰੋਜ਼ PDF ਤੇ ਟੈਸਟਾਂ ਦੇ ਰਾਹੀਂ ਤਿਆਰੀ ਕਰਵਾਈ ਜਾਂਦੀ ਹੈ ਜੀ। PSTET, ਮਾਸਟਰ ਕਾਡਰ ਸਮਾਜਿਕ ਸਿੱਖਿਆ ਪੰਜਾਬੀ ਦੀ। ਸੋ ਕੋਈ ਵੀ ਚਾਹਵਾਨ ਅਧਿਆਪਕ ਸਾਥੀ ਸ਼ਾਮਿਲ ਹੋਣ ਲਈ ਸਾਨੂੰ ਮੈਸੇਜ ਕਰ ਸਕਦਾ ਜੀ 971500 8800। ਨਿਆਇਕ ਪੁਨਰ ਨਿਰੀਖਣ ਦੀ ਵਿਵਸਥਾ ਕਿਹੜੇ ਦੇਸ਼ ਤੋਂ ਲਈ ਗਈ ਹੈ? ਨਿਆਇਕ ਪੁਨਰ ਨਿਰੀਖਣ ਕਿੱਥੋਂ ਲਿਆ ਗਿਆ ਜੀ? ਬ੍ਰਿਟੇਨ, ਅਮਰੀਕਾ, ਜਰਮਨ, ਕੈਨੇਡਾ। ਸੋ ਰਾਈਟ ਹੈ ਜੀ ਅਮਰੀਕਾ। ਭਾਰਤ ਦਾ ਸੰਵਿਧਾਨ ਬਣਾਉਣ ਸਮੇਂ 61 ਦੇਸ਼ਾਂ ਦੇ ਸੰਵਿਧਾਨ ਦੀ ਸਮੀਖਿਆ ਕੀਤੀ ਗਈ ਸੀ। ਦੂਜੇ ਦੇਸ਼ਾਂ ਦੇ ਸੰਵਿਧਾਨ ਦੇ ਵਧੀਆ ਜੋ ਤੱਤ ਸੀ ਉਹਨਾਂ ਨੂੰ ਅਪਣਾਇਆ ਗਿਆ ਸੀ। ਪੁਨਰ ਨਿਰੀਖਣ ਦੀ ਜੋ ਵਿਵਸਥਾ ਸੀ, ਉਸ ਤੋਂ ਇਲਾਵਾ ਮੌਲਿਕ ਅਧਿਕਾਰ, ਸੰਵਿਧਾਨ ਦੀ ਸਰਵਉੱਚਤਾ, ਨਿਆਂਪਾਲਿਕਾ ਦੀ ਸਰਵਉੱਚਤਾ, ਨਿਰਵਾਚਿਤ ਰਾਸ਼ਟਰਪਤੀ ਤੇ ਉਸ ਦੇ ਉੱਪਰ ਮਹਾਦੋਸ਼, ਜੱਜਾਂ ਨੂੰ ਹਟਾਉਣ ਦੀ ਵਿਧੀ, ਇਹ ਜੋ ਸਾਰੀਆਂ ਜੋ ਇਹ ਗੱਲਾਂ ਨੇ ਉਹ ਅਮਰੀਕਾ ਦੇ ਸੰਵਿਧਾਨ ਤੋਂ ਹੀ ਗ੍ਰਹਿਣ ਕੀਤੀਆਂ ਗਈਆਂ ਨੇਗੀਆਂ। ਕੀ ਗ੍ਰਹਿਣ ਕੀਤਾ ਗਿਆ ਜੀ ਅਮਰੀਕਾ ਤੋਂ? ਇੱਕ ਤਾਂ ਨਿਆਇਕ ਪੁਨਰ ਨਿਰੀਖਣ, ਸੰਵਿਧਾਨ ਦੀ ਸਰਵਉੱਚਤਾ, ਨਿਆਂਪਾਲਿਕਾ ਦੀ ਸਰਵਉੱਚਤਾ, ਨਿਰਵਾਚਿਤ ਰਾਸ਼ਟਰਪਤੀ ਤੇ ਉਸ ਦੇ ਉੱਪਰ ਜੋ ਮਹਾਦੋਸ਼ ਲਗਾਇਆ ਜਾਂਦਾ, ਇਹ ਵਿਵਸਥਾਵਾਂ ਭਾਰਤੀ ਸੰਵਿਧਾਨ ਦੇ ਵਿੱਚ ਅਮਰੀਕਾ ਦੇ ਸੰਵਿਧਾਨ ਤੋਂ ਗ੍ਰਹਿਣ ਕੀਤੀਆਂ ਗਈਆਂ ਹਨ। ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਕਿਸ ਦੇਸ਼ ਤੋਂ ਲਈ ਗਈ ਹੈ? ਜਰਮਨ, ਜਾਪਾਨ, ਆਇਰਲੈਂਡ ਤੇ ਦੱਖਣੀ ਅਫਰੀਕਾ। ਸੋ ਰਾਈਟ ਹੈ ਜੀ ਜਾਪਾਨ ਤੋਂ ਲਈ ਗਈ ਹੈ। ਜਰਮਨ ਤੋਂ ਸੰਕਟਕਾਲੀਨ ਸ਼ਕਤੀਆਂ ਲਈ ਗਈਆਂ ਨੇਗੀਆਂ ਤੇ ਮੌਲਿਕ ਅਧਿਕਾਰ ਪ੍ਰਾਪਤ ਕੀਤੇ ਗਏ ਨੇ ਜਰਮਨ ਤੋਂ। ਜਾਪਾਨ ਤੋਂ ਲਈ ਗਈ ਹੈ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ। ਭਾਰਤੀ ਸੰਸਦ ਪ੍ਰਣਾਲੀ ਬ੍ਰਿਟਿਸ਼ ਸੰਸਦ ਪ੍ਰਣਾਲੀ ਤੋਂ ਭਿੰਨ ਕਿਵੇਂ ਹੈ? ਜੋ ਭਾਰਤ ਦੀ ਪਾਰਲੀਮੈਂਟ ਪ੍ਰੋਸੈਸ ਹੈ ਉਹ ਬ੍ਰਿਟਿਸ਼ ਸੰਸਦ ਤੋਂ ਕਿਵੇਂ ਭਿੰਨ ਹੈ ਜੀ? ਇਹ ਨਿਆਇਕ ਪੁਨਰ ਨਿਰੀਖਣ ਪ੍ਰਣਾਲੀ ਹੈ। ਇਹ ਵਾਸਤਵਿਕ ਤੇ ਨਾਸਤਿਕ ਦੋਨੋਂ ਪ੍ਰਕਾਰ ਦੀ ਕਾਰਜਪਾਲਕ ਹੈ। ਨਾਮਾਤਰ ਦੋਨੋਂ ਪ੍ਰਕਾਰ ਦੀ ਕਾਰਜਪਾਲਕ ਹੈ। ਇਹ 2 ਸਦਨੀ ਵਿਧਾਨ ਪਾਲਕ ਹੈ। ਸਮੂਹਿਕ ਜ਼ਿੰਮੇਵਾਰੀ ਦੀ ਪ੍ਰਣਾਲੀ ਹੈ। ਸੋ ਭਾਰਤੀ ਸੰਸਦ ਬ੍ਰਿਟਿਸ਼ ਤੋਂ ਕਿਸ ਤਰ੍ਹਾਂ ਭਿੰਨ ਹੈ? ਇਹ ਨਿਆਇਕ ਪੁਨਰ ਨਿਰੀਖਣ ਪ੍ਰਣਾਲੀ ਹੈ। ਭਾਰਤੀ ਜੋ ਪ੍ਰਣਾਲੀ ਹੈ ਨਿਆਇਕ ਪੁਨਰ ਨਿਰੀਖਣ ਪ੍ਰਣਾਲੀ ਹੈ।
ਭਾਰਤੀ ਸੰਸਦ ਪ੍ਰਣਾਲੀ ਵਿੱਚ ਨਿਆਇਕ ਪੁਨਰ ਨਿਰੀਖਣ ਦੀ ਵਿਵਸਥਾ ਕੀਤੀ ਗਈ ਹੈ, ਜਦਕਿ ਇਹ ਬ੍ਰਿਟੇਨ ਦੇ ਵਿੱਚ ਪ੍ਰਣਾਲੀ ਲਾਗੂ ਨਹੀਂ ਹੈ। ਭਾਰਤ ਵਿੱਚ ਇੰਗਲੈਂਡ ਦੀ ਤਰ੍ਹਾਂ ਸੰਸਦ ਦੇ 2 ਸਦਨ ਹਨ, ਹੇਠਲਾ ਸਦਨ ਅਤੇ ਉੱਪਰਲਾ ਸਦਨ। ਉੱਪਰਲੇ ਸਦਨ ਨੂੰ ਕੀ ਕਿਹਾ ਜਾਂਦਾ ਜੀ? ਰਾਜ ਸਭਾ। ਹੇਠਲੇ ਸਦਨ ਨੂੰ ਲੋਕ ਸਭਾ। ਭਾਰਤੀ ਸੰਸਦ ਦੇ 3 ਅੰਗ ਹਨ ਜੀ, ਰਾਸ਼ਟਰਪਤੀ, ਲੋਕ ਸਭਾ ਅਤੇ ਰਾਜ ਸਭਾ। ਸੋ ਬ੍ਰਿਟਿਸ਼ ਤੋਂ ਅਲੱਗ ਕਿਸ ਤਰ੍ਹਾਂ ਹੈ? ਕਿਉਂਕਿ ਭਾਰਤ ਦੇ ਵਿੱਚ ਨਿਆਇਕ ਪੁਨਰ ਨਿਰੀਖਣ ਪ੍ਰਣਾਲੀ ਹੈ। ਨਿਆਇਕ ਪੁਨਰ ਨਿਰੀਖਣ ਪ੍ਰਣਾਲੀ ਕੀ ਹੁੰਦੀ ਹੈ ਕਿ ਸਰਵਉੱਚ ਅਦਾਲਤ ਨੂੰ ਕਿਸੇ ਵੀ ਕਾਨੂੰਨ ਦਾ ਨਿਰੀਖਣ ਕਰਨ ਦਾ ਅਧਿਕਾਰ ਪ੍ਰਾਪਤ ਹੈ। ਜੇਕਰ ਸਰਵਉੱਚ ਅਦਾਲਤ ਨੂੰ ਇਹ ਲੱਗਦਾ ਹੈ ਕਿ ਇਹ ਕਾਨੂੰਨ ਲੋਕਾਂ ਦੇ ਹਿੱਤਾਂ ਦੇ ਅਨੁਸਾਰ ਨਹੀਂ ਹੈ, ਤਾਂ ਉਹ ਸੰਸਦ ਨੂੰ ਦੁਬਾਰਾ ਵਿਚਾਰ ਕਰਨ ਦੇ ਲਈ ਕਹਿ ਸਕਦੀ ਹੈ। 26 ਜਨਵਰੀ 2020 ਨੂੰ ਭਾਰਤ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਕੌਣ ਸ਼ਾਮਲ ਹੋਇਆ ਸੀ? ਜੇਰ ਬੋਲਸਮਾਰੋ, ਨੈਲਸਨ ਮੰਡੇਲਾ, ਜਾਨ ਮੇਜਰ, ਸੁਕਾਰਨੋ। ਸੋ 26 ਜਨਵਰੀ 2020 ਨੂੰ ਕੌਣ ਸ਼ਾਮਲ ਹੋਇਆ ਸੀ ਭਾਰਤ ਦੇ ਵਿੱਚ? ਸੁਕਾਰਨੋ, ਇੰਡੋਨੇਸ਼ੀਆ। ਸੁਕਾਰਨੋ ਜੋ ਆਇਆ ਸੀਗਾ 1950 ਵਿੱਚ ਰਾਸ਼ਟਰਪਤੀ ਇੰਡੋਨੇਸ਼ੀਆ ਦੇ ਆਏ ਸੀ। 95 ਦੇ ਵਿੱਚ ਨੈਲਸਨ ਮੰਡੇਲਾ, 93 ਦੇ ਵਿੱਚ ਜਾਨ ਮੇਜਰ ਜੋ ਯੂਕੇ ਦੇ PM ਸਨ। 2021 ਦੇ ਵਿੱਚ ਇਸ ਸਮੇਂ ਕੋਈ ਵੀ ਜੋ ਆ ਨਹੀਂ ਰਿਹਾ ਪਰ ਮੁੱਖ ਮਹਿਮਾਨ ਦੇ ਤੌਰ 'ਤੇ। ਸੋ ਜੀ ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਦੋਂ ਕੀਤੀ ਗਈ? 1950, 52, 51, 54। ਪਹਿਲੀ ਸੋਧ ਕਦੋਂ ਕੀਤੀ ਗਈ ਸੀ ਜੀ? 1951 ਦੇ ਵਿੱਚ। 1951 ਦੇ ਵਿੱਚ ਪਹਿਲੀ ਸੋਧ ਕੀਤੀ ਗਈ ਸੀ। ਇਸ ਅਧੀਨ ਸੁਤੰਤਰਤਾ, ਸਮਾਨਤਾ ਅਤੇ ਸੰਪત્ਤੀ ਨਾਲ ਸੰਬੰਧਿਤ ਮੌਲਿਕ ਅਧਿਕਾਰਾਂ ਨੂੰ ਲਾਗੂ ਕੀਤੇ ਜਾਣ ਸੰਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। 1952 ਦੇ ਵਿੱਚ ਦੂਸਰੀ ਸੋਧ ਹੋਈ ਸੀ, ਜਿਸ ਅਨੁਸਾਰ ਜਨਗਣਨਾ ਅਨੁਸਾਰ ਲੋਕ ਸਭਾ ਦੀ ਪ੍ਰਤੀਨਿਧਤਾ ਸੰਬੰਧੀ ਸੀ। ਅਤੇ 1954 ਦੇ ਵਿੱਚ ਤੀਜੀ ਸੋਧ ਹੋਈ ਸੀ, ਜਿਸ ਅਧੀਨ ਅਨੁਸੂਚੀਆਂ ਦੇ ਵਿਸ਼ਿਆਂ ਵਿੱਚ ਪਰਿਵਰਤਨ ਕੀਤਾ ਗਿਆ ਸੀ। ਸੌਰੀ ਜੀ, ਅੱਗੇ ਕਰਾਂਗੇ ਜੀ ਆਪਾਂ। ਦੁਨੀਆ ਦਾ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਕਿਹੜਾ ਹੈ? ਦੁਨੀਆ ਦਾ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਭਾਰਤ, ਅਮਰੀਕਾ, ਜਾਪਾਨ ਅਤੇ ਕੈਨੇਡਾ। ਜੋ ਦੁਨੀਆ ਦਾ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਹੈ ਉਹ ਹੈ ਜੀ ਅਮਰੀਕਾ ਦਾ। ਅਮਰੀਕਾ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਹੈ, ਜਿਸ ਦੇ ਵਿੱਚ ਸਿਰਫ 7 ਅਨੁਛੇਦ ਹਨ। ਭਾਰਤ ਦਾ ਸੰਵਿਧਾਨ ਆ ਸਭ ਤੋਂ ਵੱਡਾ ਸੰਵਿਧਾਨਾਂ ਦੇ ਦੁਨੀਆ ਦਾ, ਜਿਸ ਦੇ ਵਿੱਚ 470 ਅਨੁਛੇਦ ਹਨ। ਚੀਨ ਦੇ ਸੰਵਿਧਾਨ ਦੇ 138, ਕੈਨੇਡਾ ਦੇ ਸੰਵਿਧਾਨ ਦੇ 197 ਅਨੁਛੇਦ। ਯਾਦ ਰੱਖਣਾ ਜੀ, ਅਮਰੀਕਾ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਹੈ, ਜਿਸ ਦੇ ਵਿੱਚ 7 ਅਨੁਛੇਦ। ਭਾਰਤ ਦੇ ਸੰਵਿਧਾਨ ਵਿੱਚ 470 ਅਨੁਛੇਦ। ਚੀਨ ਦੇ ਸੰਵਿਧਾਨ ਦੇ ਵਿੱਚ 138 ਅਨੁਛੇਦ ਹਨ। ਕੈਨੇਡਾ ਦੇ ਸੰਵਿਧਾਨ ਵਿੱਚ 197। ਕਿਹੜੀ ਸੰਵਿਧਾਨਕ ਸੋਧ ਨੂੰ ਮਿੰਨੀ ਕੰਸਟੀਟਿਊਸ਼ਨ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ? ਕਿਹੜੀ ਜੋ ਸੋਧ ਹੈ ਉਹ ਸਭ ਤੋਂ ਮਹੱਤਵਪੂਰਨ ਸੀ, ਉਹ ਹੈ ਜੀ 42ਵੀਂ ਸੋਧ। 42ਵੀਂ ਸੋਧ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ। 1976 ਦੇ ਵਿੱਚ ਕੀਤੀ ਗਈ ਸੀ। ਇਸ ਨੂੰ ਸੋਧ ਅਧੀਨ ਬਹੁਤ ਸਾਰੇ ਜੋ ਪਰਿਵਰਤਨ ਸੰਵਿਧਾਨ ਵਿੱਚ ਕੀਤੇ ਗਏ ਸੀ। ਇਹ ਸੋਧ ਇੰਦਰਾ ਗਾਂਧੀ ਜੀ ਸਰਕਾਰ ਸਮੇਂ ਹੋਈ ਸੀ। ਇਸ ਸਮੇਂ ਵਿੱਚ ਹੀ ਭਾਰਤੀ ਪ੍ਰਸਤਾਵਨਾ ਵਿੱਚ ਨਵੇਂ ਸ਼ਬਦ ਜੋੜੇ ਗਏ ਸੀ। ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਧਰਮ ਨਿਰਪੱਖ, ਸਮਾਜਵਾਦ ਅਤੇ ਅਖੰਡਤਾ ਸ਼ਬਦ ਜੋੜੇ ਗਏ ਸੀ। ਮੌਲਿਕ ਕਰਤੱਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ 'ਤੇ। ਸੋ ਇਸੇ ਕਰਕੇ ਹੀ 42ਵੀਂ ਸੋਧ ਨੂੰ ਕਾਫੀ ਮਹੱਤਵਪੂਰਨ ਸੋਧ ਮੰਨਿਆ ਗਿਆ।
ਕਿਹੜੇ ਐਕਟ ਨੂੰ ਭਾਰਤੀ ਸੰਵਿਧਾਨ ਦੀ ਕਾਰਬਨ ਕਾਪੀ ਕਿਹਾ ਜਾਂਦਾ ਹੈ? 1973 ਦਾ ਐਕਟ, 1935 ਦਾ ਐਕਟ, 1947 ਦਾ ਸੁਤੰਤਰਤਾ ਐਕਟ, 1933 ਦਾ ਚਾਰਟਰ ਐਕਟ। ਸੋ ਕਿਹੜੇ ਸੰਵਿਧਾਨ ਐਕਟ ਨੂੰ ਭਾਰਤੀ ਸੰਵਿਧਾਨ ਦੀ ਕਾਰਬਨ ਕਾਪੀ ਸੋ ਕਿਸ ਨੂੰ ਕਿਹਾ ਜਾਂਦਾ ਜੀ? ਰਾਈਟ ਆਏਗਾ 1935 ਦਾ ਐਕਟ। ਬਲੂਪ੍ਰਿੰਟ ਆਫ ਇੰਡੀਅਨ ਕੰਸਟੀਟਿਊਸ਼ਨ 1935 ਦੇ ਐਕਟ ਨੂੰ ਕਿਹਾ ਜਾਂਦਾ ਹੈ, ਕਿਉਂਕਿ ਬਹੁਤ ਸਾਰੀਆਂ ਵਿਵਸਥਾਵਾਂ ਇਸ ਐਕਟ ਵਿੱਚੋਂ ਹੀ ਅਸੀਂ ਸ਼ਾਮਲ ਕੀਤੀਆਂ ਹਨ, 1935 ਦੇ ਐਕਟ ਵਿੱਚੋਂ। ਨੈਕਸਟ ਕਰਾਂਗੇ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਪੰਨਿਆਂ ਨੂੰ ਸਜਾਉਣ ਦਾ ਕੰਮ ਕਿਸ ਨੇ ਕੀਤਾ ਸੀ? ਰਾਮ ਮਨੋਹਰ ਸਿਨਹਾ, ਨੰਦ ਲਾਲ ਬੋਸ, ਰਾਸ ਬਿਹਾਰੀ ਬੋਸ, ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ। ਸੋ ਆਪਣਾ ਰਾਈਟ ਆਨਸਰ ਹੈ ਜੀ, ਜੋ ਪ੍ਰਸਤਾਵਨਾ ਦੇ ਪੇਜ ਨੂੰ ਸਜਾਉਣ ਦਾ ਕੰਮ ਸੀ ਉਹ ਕੀਤਾ ਸੀ ਰਾਮ ਮਨੋਹਰ ਸਿਨਹਾ। ਰਾਮ ਮਨੋਹਰ ਸਿਨਹਾ ਜੀ ਨੇ ਕੀਤਾ ਸੀ, ਜੋ ਨੰਦ ਲਾਲ ਬੋਸ ਦੇ ਹੀ ਚੇਲੇ ਸਨ। ਨੰਦ ਲਾਲ ਬੋਸ ਦੇ ਹੀ ਚੇਲੇ ਸਨ ਰਾਮ ਮਨੋਹਰ ਸਿਨਹਾ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਪੰਨਿਆਂ ਨੂੰ ਸਜਾਉਣ ਦਾ ਕੰਮ ਕੀਤਾ ਸੀ। ਸੋ ਨੈਕਸਟ ਕਰਾਂਗੇ ਜੀ, ਭਾਰਤੀ ਸੰਵਿਧਾਨ ਨੂੰ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ? ਹਿੰਦੀ, ਅੰਗਰੇਜ਼ੀ, ਸਾਰੀਆਂ ਸੰਵਿਧਾਨਕ ਭਾਸ਼ਾਵਾਂ, ਕੇਵਲ ਊੜਾ ਤੇ ਐੜਾ। ਸੋ ਭਾਰਤੀ ਸੰਵਿਧਾਨ ਨੂੰ ਅੰਗਰੇਜ਼ੀ ਤੇ ਹਿੰਦੀ ਦੋਵਾਂ ਹੀ ਭਾਸ਼ਾਵਾਂ ਦੇ ਵਿੱਚ ਲਿਖਿਆ ਗਿਆ। ਸੋ ਆਪਣਾ ਰਾਈਟ ਆਏਗਾ ਊੜਾ ਤੇ ਆੜਾ, ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ। ਇਸ ਨੂੰ ਲਿਖਣ ਦਾ ਕੰਮ ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ ਨੇ ਲਿਖਿਆ ਸੀ, ਜਿਨ੍ਹਾਂ ਦਾ ਖਾਨਦਾਨੀ ਪੇਸ਼ਾ ਕੈਲੀਗ੍ਰਾਫੀ ਸੀ। ਉਹਨਾਂ ਨੂੰ ਸੰਵਿਧਾਨ ਲਿਖਣ ਲਈ 303 ਦੇ 254 ਹੋਲਡਰ ਨਿਬ ਦਾ ਇਸਤੇਮਾਲ ਕਰਕੇ ਸੰਵਿਧਾਨ ਦੇ ਹਰ ਪੇਜ ਨੂੰ ਬਹੁਤ ਹੀ ਖੂਬਸੂਰਤ ਇਲੈਕਟ੍ਰਿਕ ਲਿਖਾਵਟ ਵਿੱਚ ਲਿਖਿਆ ਸੀ। ਇਸ ਨੂੰ ਲਿਖਣ ਦੇ ਵਿੱਚ 6 ਮਹੀਨਿਆਂ ਦਾ ਸਮਾਂ ਲੱਗਿਆ ਸੀ। ਸੋ ਨੈਕਸਟ ਕਰਾਂਗੇ ਜੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਜ਼ਰੂਰ ਕਰੋ। ਜੇਕਰ ਕਿਸੇ ਵੀ ਅਧਿਆਪਕ ਸਾਥੀ ਨੇ ਸਾਡੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800। ਸੰਵਿਧਾਨ ਦੇ ਅਨੁਛੇਦ 51A ਵਿੱਚ ਕਿਹੜੀ ਸੰਵਿਧਾਨ ਸੋਧ ਦੁਆਰਾ ਮਾਤਾ ਪਿਤਾ ਲਈ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਸਿੱਖਿਆ ਦਾ ਮੌਕਾ ਪ੍ਰਦਾਨ ਕਰਨ ਸੰਬੰਧੀ ਮੂਲ ਕਰਤੱਵ ਜੋੜਿਆ ਗਿਆ? 41ਵੀਂ ਸੋਧ, 42ਵੀਂ, 80ਵੀਂ, 86ਵੀਂ। ਸੋ ਰਾਈਟ ਆ ਜਿਹੜਾ 51A ਅਧੀਨ 11ਵੇਂ ਮੌਲਿਕ ਕਰਤੱਵ ਦਾ ਦਰਜਾ ਦਿੱਤਾ ਗਿਆ। ਇਹ ਜੋ ਸੰਸ਼ੋਧਨ ਹੈ ਇਹ 2002 ਦੇ ਵਿੱਚ ਕੀਤਾ ਗਿਆ ਸੀ, 2002 ਦੇ ਵਿੱਚ ਕੀਤਾ ਗਿਆ ਸੀ। 86ਵਾਂ 2002 ਦੇ ਵਿੱਚ ਕੀਤਾ ਗਿਆ ਸੀ, ਜਿਸ ਅਨੁਸਾਰ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫਤ ਸਿੱਖਿਆ ਜੋ ਉਹ ਮੌਲਿਕ ਅਧਿਕਾਰ ਦੇ ਤੌਰ 'ਤੇ ਮਾਨਤਾ ਦਿੱਤੀ ਗਈ ਹੈ। ਸੋ ਇਸ ਦਾ ਰਾਈਟ ਹੈਗਾ ਕਿਸ ਸੰਵਿਧਾਨਿਕ ਸੋਧ ਦੇ ਵਿੱਚ ਇਹ ਜੋ ਵਿਵਸਥਾ ਕੀਤੀ ਗਈ ਹੈ ਕਿ ਜੋ 6 ਤੋਂ 14 ਸਾਲ ਦੇ ਬੱਚੇ ਨੇਗੇ ਉਹਨਾਂ ਦੇ ਲਈ ਮੁਫਤ ਸਿੱਖਿਆ ਦੇਣੀ ਲਾਜ਼ਮੀ ਹੈ। ਇਸ ਨੂੰ 11ਵਾਂ ਕਰਤੱਵ ਮੰਨਿਆ ਗਿਆ ਹੈਗਾ। ਸੋ ਕਿਸ ਸੋਧ ਦੇ ਅਧੀਨ ਮੰਨਿਆ ਗਿਆ ਜੀ? ਉਹ ਆਪਣਾ ਰਾਈਟ ਆਨਸਰ ਆਏਗਾ 86ਵੀਂ ਸੰਵਿਧਾਨਿਕ ਸੋਧ। ਯਾਦ ਰੱਖਿਓ ਜੀ, 86ਵੀਂ ਸੰਵਿਧਾਨਿਕ ਸੋਧ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ, 11ਵਾਂ ਕਰਤੱਵ ਜੋੜਿਆ ਗਿਆ ਹੈਗਾ। ਸੋ ਨੈਕਸਟ ਕਰਾਂਗੇ ਜੀ ਆਪਾਂ, ਭਾਰਤੀ ਰਾਜਾਂ ਦੇ ਪੁਨਰਗਠਨ ਨਾਲ ਸੰਬੰਧਿਤ ਆਯੋਗ ਕਿਹੜਾ ਸੀ? ਤਰ ਆਯੋਗ, ਫਜ਼ਲ ਅਲੀ ਆਯੋਗ, ਭਾਰਤ ਰਾਜ ਸੰਗਠਨ ਆਯੋਗ, ਪਹਿਲਾ ਤੇ ਦੂਸਰਾ ਦੋਵੇਂ। ਸੋ ਰਾਜਾਂ ਦਾ ਜੋ ਪੁਨਰਗਠਨ ਕੀਤਾ ਗਿਆ ਸੀ ਉਸ ਦੇ ਨਾਲ ਸੰਬੰਧਿਤ ਆਯੋਗ ਬਣਾਇਆ ਗਿਆ ਸੀ, ਤਾਂ ਉਹ ਆਯੋਗ ਕਿਹੜਾ ਹੈ ਉਸ ਦੀ ਪਹਿਚਾਣ ਕਰਨੀ ਆਪਾਂ ਨੇ। ਸੋ ਉਸ ਦਾ ਜੋ ਰਾਈਟ ਆਏਗਾ ਜੀ ਉਹ ਊੜਾ ਤੇ ਐੜਾ ਦੋਵੇਂ, ਕਿਉਂਕਿ ਤਰ ਆਯੋਗ ਤੇ ਫਜ਼ਲ ਅਲੀ ਆਯੋਗ ਦੋਵੇਂ ਹੀ ਰਾਜਾਂ ਦੇ ਪੁਨਰਗਠਨ ਦੇ ਨਾਲ ਸੰਬੰਧਿਤ ਸਨ। ਜੋ ਤਰ ਆਯੋਗ ਸੀ ਇਸ ਦਾ ਮੁਖੀ ਇਲਾਹਾਬਾਦ ਹਾਈ ਕੋਰਟ ਦੇ ਜੱਜ SK ਧਰ ਦੇ ਹੋਰ ਮੈਂਬਰ ਸਨ,
ਜਿਨ੍ਹਾਂ ਨੂੰ ਭਾਸ਼ਾ ਦੇ ਆਧਾਰ 'ਤੇ ਰਾਜਾਂ ਦਾ ਪੁਨਰਗਠਨ ਦਾ ਵਿਰੋਧ ਕੀਤਾ ਸੀ। ਜੋ ਧਾਰਾਯੋਗ ਸੀ, ਇਹਨਾਂ ਨੇ ਕਿਹਾ ਸੀ ਕਿ ਭਾਸ਼ਾ ਦੇ ਆਧਾਰ 'ਤੇ ਰਾਜਾਂ ਦਾ ਪੁਨਰਗਠਨ ਨਹੀਂ ਹੋਣਾ ਚਾਹੀਦਾ, ਸਗੋਂ ਪ੍ਰਸ਼ਾਸਨਿਕ ਸੁਵਿਧਾਵਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਜੋ ਫਜ਼ਲ ਅਲੀ ਆਯੋਗ ਆ, ਉਹ 3 ਮੈਂਬਰੀ ਆਯੋਗ ਆ, ਉਹਨਾਂ ਨੇ ਕਿਹਾ ਸੀ ਕਿ ਭਾਸ਼ਾ ਦੇ ਆਧਾਰ 'ਤੇ ਰਾਜਾਂ ਦਾ ਪੁਨਰਗਠਨ ਕੀਤਾ ਜਾਣਾ ਚਾਹੀਦਾ ਹੈ। ਸੰਵਿਧਾਨ ਦੇ ਸੰਸਦ ਭਵਨ ਦੀ ਸਥਾਪਨਾ ਕਦੋਂ ਕੀਤੀ ਗਈ? 1927, 1930, 1950, 1949। ਸੋ ਰਾਈਟ ਹੈ ਜੀ 1927 ਦੇ ਵਿੱਚ। ਨੀਂਹ ਪੱਥਰ 12 ਫਰਵਰੀ 1921 ਵਿੱਚ ਡਿਊਕ ਆਫ ਕਨੌਟ ਨੇ ਕੀਤਾ ਸੀ। 6 ਸਾਲ ਦੇ ਵਿੱਚ ਤਿਆਰ ਕੀਤੀ ਗਈ ਸੀ ਭਾਰਤੀ ਸੰਸਦ। ਉਦਘਾਟਨ 18 ਫਰਵਰੀ 1927 ਨੂੰ ਤਤਕਾਲੀਨ ਲਾਰਡ ਇਰਵਨ ਨੇ ਕੀਤਾ ਸੀ। ਕੁੱਲ ਖਰਚਾ ਆਇਆ ਸੀ 83 ਲੱਖ। ਭਾਰਤੀ ਸੰਸਦ ਭਵਨ ਜਿੱਦਾਂ ਤੇ ਯਾਦ ਰੱਖਣਾ ਜੀ 2021 ਦੇ ਵਿੱਚ ਵੀ ਨਵੀਂ ਸੰਸਦ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। 2021 ਦੇ ਵਿੱਚ ਭਾਰਤ ਦੇ ਵਿੱਚ ਨਵੀਂ ਸੰਸਦ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਜੋ ਨਿਰਮਾਣ ਕੀਤਾ ਗਿਆ ਸੀ 1927 ਦੇ ਵਿੱਚ। ਭਾਰਤੀ ਸੰਵਿਧਾਨ ਨਾਗਰਿਕਾਂ ਨੂੰ ਅਨੁਛੇਦ 19 ਅਧੀਨ ਕਿਹੜਾ ਅਧਿਕਾਰ ਪ੍ਰਦਾਨ ਕਰਦਾ ਹੈ? 19 ਦੇ ਵਿੱਚ ਕਿਹੜਾ ਅਧਿਕਾਰ ਹੈ ਜੀ? ਉਹ ਹੈ ਅਧਿਕਾਰ ਸਮਾਨਤਾ, ਸੁਤੰਤਰਤਾ, ਸ਼ੋਸ਼ਣ ਦੇ ਵਿਰੁੱਧ, ਧਾਰਮਿਕ ਸੁਤੰਤਰਤਾ। ਸੋ ਰਾਈਟ ਆਏਗਾ ਜੀ ਆਪਣਾ ਸੁਤੰਤਰਤਾ। ਮੂਲ ਰੂਪ ਵਿੱਚ 7 ਪ੍ਰਕਾਰ ਦੀ ਸੁਤੰਤਰਤਾ ਪ੍ਰਦਾਨ ਕੀਤੀ ਗਈ ਸੀ। ਬੋਲਣ ਦੀ, ਸ਼ਾਂਤੀਪੂਰਵਕ ਇਕੱਠੇ ਹੋਣ ਦੀ, ਸੰਘ ਬਣਾਉਣ ਦੀ, ਕਿਸੇ ਵੀ ਖੇਤਰ ਵਿੱਚ ਘੁੰਮਣ ਫਿਰਨ ਦੀ, ਕਿਸੇ ਵੀ ਖੇਤਰ ਵਿੱਚ ਨਿਵਾਸ ਕਰਨ ਦੀ, ਅਤੇ ਆਖਰੀ ਸੀ 7ਵੀਂ ਸੁਤੰਤਰਤਾ ਸੀ ਪਹਿਲਾਂ ਸੰਪੱਤੀ ਦਾ ਅਧਿਕਾਰ, ਪਰੰਤੂ ਬਾਅਦ ਦੇ ਵਿੱਚ ਇਸ ਨੂੰ 44ਵੀਂ ਸੋਧ ਦੁਆਰਾ ਹਟਾ ਦਿੱਤਾ ਗਿਆ, ਇਸ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਅਤੇ ਹੁਣ ਸਿਰਫ ਜੋ ਸੁਤੰਤਰਤਾਵਾਂ ਨੇ ਉਹ 6 ਤਰ੍ਹਾਂ ਦੀਆਂ ਨੇ। ਸੰਵਰਤੀ ਸੂਚੀ ਨੂੰ ਕਿਹੜੇ ਦੇਸ਼ ਤੋਂ ਪ੍ਰੇਰਿਤ ਹੋ ਕੇ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ? 3 ਤਰ੍ਹਾਂ ਦੀਆਂ ਸੂਚੀਆਂ ਨੇ ਜੀ, ਸੰਘ ਸੂਚੀ, ਰਾਜ ਸੂਚੀ ਅਤੇ ਸੰਵਰਤੀ ਸੂਚੀ। ਸੰਘ ਸੂਚੀ ਵਿੱਚ 100 ਵਿਸ਼ਾ, ਰਾਜ ਸੂਚੀ ਵਿੱਚ 61 ਅਤੇ ਸੰਵਰਤੀ ਦੇ ਵਿੱਚ 52। ਸੋ ਸੰਵਰਤੀ ਸੂਚੀ ਕਿਹੜੇ ਦੇਸ਼ ਤੋਂ ਲਈ ਗਈ ਹੈ? ਉਹ ਦੇਖੋ ਜੀ ਆਪਾਂ, ਆਇਰਲੈਂਡ, ਅਮਰੀਕਾ, UK, ਆਸਟ੍ਰੇਲੀਆ। ਸੋ ਰਾਈਟ ਹੈ ਜੀ ਆਸਟ੍ਰੇਲੀਆ ਤੋਂ। ਅੱਜ ਅਸੀਂ ਸੂਚੀ ਵਿੱਚ 52 ਵਿਸ਼ੇ ਹਨ ਅਤੇ ਜਦ ਕਿ ਮੂਲ ਰੂਪ ਵਿੱਚ 47 ਸੀ। ਸੰਵਰਤੀ ਸੂਚੀ ਵਿੱਚ ਪਹਿਲਾਂ 47 ਸੀ, ਹੁਣ 52 ਵਿਸ਼ੇ ਨੇ। ਸੋ ਨੈਕਸਟ ਕਰਾਂਗੇ ਜੀ, ਸੰਵਿਧਾਨ ਸੰਸ਼ੋਧਨ ਸੰਬੰਧੀ ਅਨੁਛੇਦ ਕਿਹੜਾ ਹੈ? ਕਿਸ ਸੰਸ਼ੋਧਨ ਰਾਹੀਂ ਅਸੀਂ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਹਾਂ? ਆਰਟੀਕਲ 268, ਆਰਟੀਕਲ 368, ਆਰਟੀਕਲ 263, ਆਰਟੀਕਲ 367। ਸੋ ਆਪਣਾ ਰਾਈਟ ਹੈ ਜੀ ਆਰਟੀਕਲ 368 ਦੇ ਅਧੀਨ ਜੋ ਭਾਰਤੀ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈ। ਇਹ ਜੋ ਵਿਵਸਥਾ ਇਹ ਲਈ ਗਈ ਆ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ, ਤਾਂ ਕਿ ਜੋ ਸੰਵਿਧਾਨ ਨੂੰ ਗਤੀਸ਼ੀਲ ਅਤੇ ਪਰਿਵਰਤਨਸ਼ੀਲ ਬਣਾਇਆ ਜਾ ਸਕੇ। ਸੋ ਕਾਫੀ ਵਾਰ ਇਹ ਪ੍ਰਸ਼ਨ ਪੇਪਰਾਂ ਦੇ ਵਿੱਚ ਆ ਚੁੱਕਿਆ। ਭਾਰਤੀ ਸੰਵਿਧਾਨ ਦੇ ਸੰਸ਼ੋਧਨ ਨਾਲ ਸੰਬੰਧਿਤ ਆਰਟੀਕਲ 368। ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਕਿਹੜੀ ਅਨੁਛੇਦ ਅਧੀਨ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ? ਅਨੁਛੇਦ 23 ਤੋਂ 24, 25 ਤੋਂ 29, 23 ਤੋਂ 27, 25 ਤੋਂ 28। ਸੋ ਰਾਈਟ ਆਏਗਾ ਜੀ ਆਰਟੀਕਲ 25 ਤੋਂ 28 ਸੰਬੰਧਿਤ ਨੇ ਧਾਰਮਿਕ ਸੁਤੰਤਰਤਾ ਦੇ ਨਾਲ। ਆਰਟੀਕਲ 25 ਧਰਮ ਦਾ ਪ੍ਰਚਾਰ ਕਰਨ ਦੀ ਸੁਤੰਤਰਤਾ। ਆਰਟੀਕਲ 26 ਧਾਰਮਿਕ ਕੰਮਾਂ ਦੇ ਪ੍ਰਬੰਧ ਦੀ ਸੁਤੰਤਰਤਾ। 27 ਧਾਰਮਿਕ ਟੈਕਸ ਦੇਣ ਦੀ ਛੋਟ। ਆਰਟੀਕਲ 28 ਹੈ ਧਰਮ ਦੇ ਆਧਾਰ 'ਤੇ ਸਿੱਖਿਆ 'ਤੇ ਰੋਕ। ਕਿਸੇ ਵੀ ਰਾਜ ਨੂੰ ਕੋਈ ਵੀ ਰਾਜ ਕਿਸੇ ਵੀ ਧਰਮ ਨੂੰ ਰਾਜ ਧਰਮ ਦਾ ਦਰਜਾ ਨਹੀਂ ਦੇ ਸਕਦਾ। ਧਰਮ ਨਿਰਪੱਖ ਆ, ਹਰ ਇੱਕ ਨੂੰ ਆਪਣੀ ਇੱਛਾ ਦੇ ਅਨੁਸਾਰ ਧਰਮ ਅਪਣਾਉਣ ਦਾ ਅਧਿਕਾਰ ਪ੍ਰਾਪਤ ਹੈ। ਆਰਟੀਕਲ 21A ਕਿਸ ਦੇ ਨਾਲ ਸੰਬੰਧਿਤ ਹੈ? ਸਿੱਖਿਆ ਨਾਲ। ਸਰਕਾਰੀ ਰਿਪੋਰਟ ਅਨੁਸਾਰ ਦੀ ਮੰਗ, ਸੁਰੱਖਿਆ, ਸੰਸਕ੍ਰਿਤੀ ਅਤੇ ਸਿੱਖਿਆ।
ਆਰਟੀਕਲ 21A। ਸੋ ਰਾਈਟ ਹੈ ਜੀ, ਸਿੱਖਿਆ ਦੇ ਨਾਲ ਸੰਬੰਧਿਤ ਹੈ। 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ। ਕਿਹੜੀ ਸੋਧ ਰਾਹੀਂ? 86ਵੀਂ ਸੋਧ 2002 ਦੇ ਵਿੱਚ ਕੀਤੀ ਗਈ ਸੀ। ਨੈਕਸਟ ਕਰਾਂਗੇ ਜੀ, ਮੂਲ ਕਰਤੱਵਾਂ ਦੀ ਵਿਵਸਥਾ ਕਿਹੜੇ ਅਨੁਛੇਦ ਵਿੱਚ ਹੈ? ਆਰਟੀਕਲ ਕਿਹੜਾ ਜੀ? 51, 51A, 351, 300A। ਸੋ ਰਾਈਟ ਹੈ ਜੀ, 51A ਦੇ ਵਿੱਚ ਮੂਲ ਕਰਤੱਵ ਸ਼ਾਮਲ ਕੀਤੇ ਗਏ ਨੇ। ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ ਕਦੋਂ ਕੀਤੀ ਗਈ ਸੀ? 42ਵੀਂ ਸੋਧ ਅਧੀਨ 1976 ਦੇ ਵਿੱਚ। ਸੰਵਿਧਾਨ ਦਾ ਭਾਗ 4, ਜੇਕਰ ਇਹ ਪ੍ਰਸ਼ਨ ਪੁੱਟ ਕੀਤਾ ਜਾਵੇ ਕਿ ਮੂਲ ਕਰਤੱਵ ਕਿਹੜੇ ਭਾਗ ਵਿੱਚ ਹਨ, ਤਾਂ ਚੌਥੇ ਭਾਗ ਵਿੱਚ ਹਨ। ਆਰਟੀਕਲ 51A। ਇਹ ਕਿਉਂ ਲੱਗਿਆ? ਕਿਉਂਕਿ ਇਸ ਨੂੰ ਬਾਅਦ ਦੇ ਵਿੱਚ ਐਡ ਕੀਤਾ ਗਿਆ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਮੂਲ ਸੰਵਿਧਾਨ ਦੇ ਵਿੱਚ ਮੂਲ ਕਰਤੱਵ ਸ਼ਾਮਲ ਨਹੀਂ ਕੀਤੇ ਗਏ ਸੀ। 1976 ਦੇ ਵਿੱਚ 42ਵੀਂ ਸੋਧ ਦੁਆਰਾ ਮੂਲ ਕਰਤੱਵ ਸ਼ਾਮਲ ਕੀਤੇ ਗਏ ਸੀ। ਗ੍ਰਾਮ ਪੰਚਾਇਤਾਂ ਦਾ ਗਠਨ ਕਿਹੜੇ ਅਨੁਛੇਦ ਅਧੀਨ ਕੀਤਾ ਜਾਂਦਾ ਹੈ? ਗ੍ਰਾਮ ਪੰਚਾਇਤਾਂ, ਸੋ ਇਸ ਦੇ ਨਾਲ ਸੰਬੰਧਿਤ ਹੈ ਜੀ ਆਰਟੀਕਲ 40। ਕਿਸ ਅਧੀਨ ਹੈ ਜੀ? ਆਰਟੀਕਲ 40 ਦੇ ਅਧੀਨ ਕੀਤਾ ਗਿਆ ਕਿ ਗ੍ਰਾਮ ਪੰਚਾਇਤਾਂ ਦਾ ਗਠਨ ਹੋਣਾ ਚਾਹੀਦਾ ਹੈ। ਸੰਵਿਧਾਨ ਦੇ ਭਾਗ 9 ਅਧੀਨ ਵਿਵਸਥਾ ਅਨੁਛੇਦ 243A। 73ਵਾਂ ਸੰਸ਼ੋਧਨ ਇਸ ਦੇ ਨਾਲ ਸੰਬੰਧਿਤ ਹੈ, ਪੰਚਾਇਤਾਂ ਦੇ ਨਾਲ। ਸੋ ਇਹ ਸੀ ਅੱਜ ਦੇ ਵੀਡੀਓ, ਜਿਸ ਦੇ ਵਿੱਚ ਆਪਾਂ 30 ਮਹੱਤਵਪੂਰਨ ਪ੍ਰਸ਼ਨ ਜੋ ਕਿ ਸੰਵਿਧਾਨ ਦੇ ਨਾਲ ਸੰਬੰਧਿਤ ਸੀ। ਉਮੀਦ ਹੈ ਆਪ ਸਭ ਦੇ ਲਈ ਬਹੁਤ ਫਾਇਦੇਮੰਦ ਹੋਣਗੇ। ਹੁਣ ਇਸ ਵੀਡੀਓ ਦੇ ਵਿੱਚੋਂ ਕੋਈ ਵੀ 5 ਪ੍ਰਸ਼ਨ ਤੁਹਾਨੂੰ ਪੁੱਟ ਕਰ ਰਹੇ ਹਾਂ ਜੀ, ਜਿਨ੍ਹਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਵੀ ਦੇ ਸਕਦੇ ਹੋ ਅਤੇ ਸਾਨੂੰ ਇਹਨਾਂ ਦੇ ਰਿਪਲਾਈ WhatsApp 'ਤੇ ਵੀ ਭੇਜ ਸਕਦੇ ਹੋ 971500 8800। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਆਰਟੀਕਲ 368 ਕਿਸ ਦੇ ਨਾਲ ਸੰਬੰਧਿਤ ਹੈ? ਆਰਟੀਕਲ 368 ਕਿਸ ਦੇ ਨਾਲ ਸੰਬੰਧਿਤ ਹੈ? ਆਰਟੀਕਲ 51A ਕਿਸ ਦੇ ਨਾਲ ਸੰਬੰਧਿਤ ਹੈ? ਆਰਟੀਕਲ 51A ਕਿਸ ਦੇ ਨਾਲ ਸੰਬੰਧਿਤ ਹੈ? ਸੰਪत्ति ਦਾ ਅਧਿਕਾਰ ਕਿਸ ਆਰਟੀਕਲ ਅਧੀਨ ਦਰਜ ਹੈ? ਸੰਪत्ति ਦਾ ਅਧਿਕਾਰ ਕਿਸ ਆਰਟੀਕਲ ਅਧੀਨ ਦਰਜ ਹੈ? ਭਾਰਤੀ ਪ੍ਰਸਤਾਵਨਾ ਵਿੱਚ ਪਹਿਲੀ ਵਾਰ ਸੋਧ ਕਦੋਂ ਕੀਤੀ ਗਈ? ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਪਹਿਲੀ ਸੋਧ ਕਦੋਂ ਕੀਤੀ ਗਈ ਅਤੇ ਕਿਹੜੇ ਨਵੇਂ ਸ਼ਬਦ ਜੋੜੇ ਗਏ ਸੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ? ਅਤੇ ਲਾਸਟ ਹੈ ਜੀ, ਭਾਰਤੀ ਸੰਵਿਧਾਨ ਦੇ ਮੂਲ ਰੂਪ ਵਿੱਚ ਕਿੰਨੇ ਅਨੁਛੇਦ, ਆਰਟੀਕਲ ਅਤੇ ਕਿੰਨੀਆਂ ਸੂਚੀਆਂ ਅਤੇ ਭਾਗ ਸਨ? ਸੋ ਇਹਨਾਂ ਪ੍ਰਸ਼ਨਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਇਸ ਤੋਂ ਇਲਾਵਾ ਜੇਕਰ ਕੋਈ ਵੀ ਸਾਥੀ ਸਾਡੇ WhatsApp ਗਰੁੱਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਸਾਨੂੰ ਜੁਆਇਨ ਕਰ ਸਕਦੇ ਹੋ ਜੀ 971500 8800 'ਤੇ ਮੈਸੇਜ ਕਰਕੇ, ਜਿਸ ਦੇ ਵਿੱਚ ਤੁਹਾਨੂੰ ਹਰ ਰੋਜ਼ ਸਕੈਨ PDF ਅਤੇ ਟੈਸਟ ਪ੍ਰੋਵਾਈਡ ਕੀਤੇ ਜਾਣਗੇ। ਸਾਰੇ ਹੀ ਨੋਟਸ ਹੱਥ ਲਿਖਤ ਅਤੇ ਪੰਜਾਬੀ ਮੀਡੀਅਮ ਦੇ ਵਿੱਚ ਹੋਣਗੇ। ਇਸ ਤੋਂ ਇਲਾਵਾ ਸਾਡੀ ਹਰ ਰੋਜ਼ ਸ਼ਾਮ 7 ਤੋਂ 9 ਵਜੇ ਤੱਕ ਗਰੁੱਪ ਡਿਸਕਸ਼ਨ ਕਲਾਸ ਲੱਗਦੀ ਹੈ ਜੀ, ਤਾਂ ਸਾਰੇ ਅਧਿਆਪਕ ਸਾਥੀ ਉਸ ਕਲਾਸ ਦੇ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ। ਸੋ ਵੀਡੀਓ ਨੂੰ ਵੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਅਤੇ ਸਾਡੇ ਚੈਨਲ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।